अपनी फौज बेचण दी भी तैयारी कर ली सी। फौज बेचण दी तैयारी टाटा कंपनी नूं करी सी ते टाटा कंपनी ने शर्त रखी सी जिहड़ा इंडिया दा बैच लग्या हुंदा फौजियां ते उत्थे टाटा कंपनी दा बैच ला दे। पहलां तां मोदी मूर्ख ने सोच लिया कि मैं बैच लवा देना। जे नौजवान उठणगे आपदे हक्कां सच्चां दी गल करनगे इह तों तां वधिया आपां इन्हां नूं बाहर ही तोड़ दिया। आपां इन्हां तों इधर की लेना। 5000 15 करोड़ रुपया प्राइवेट थर्मल प्लांट वालियां दी झोली पा के आया कैप्टन जाके पंजाब दी सरकार। ਇਹ ਗੱਲਾਂ बहुत ਵੱਡੀਆਂ ਵੱਡੀਆਂ ਮਾਰਦੀਆਂ ਨੇ। ਅਸੀਂ 84 ਹੰਡਾਈਆ मैं जेब च ਅਸਤੀਫਾ ਪਾਈ ਫਿਰਦਾ। ਇਹ ਸਭ ਨਖਰੇ ਕਰਦੀਆਂ ਨੇ। खेती कानूनां नूं लैके किसान जिंदगी ते मौत दी लड़ाई लड़ रहे ने। इस लड़ाई च हर वर्ग दे लोग उन्हां दा साथ दे रहे ने। उत्थे ही बरनाला च किसानां दे धरने दौरान एक नौजवान वल्लों अजिहा भाषण दिता गया जो अज तक किसी भी लीडर वल्लों नहीं दिता गया होना। नौजवान ने कहा कि मोदी सरकार वल्लों पंजाब नूं लुट के कारपोरेट घराणियां नूं अमीर बनाया जा रहा है। भाषण दौरान नौजवान वल्लों पंजाब सरकार नूं भी रज के लानतां पाईयां गईयां। कहंदा आपां मोदी नूं ही फड़ी जाने कानून मोदी ने ऐ करता मोदी ने ऐ करता। ਇਹ ਕਾਨੂੰਨ ਲੈ ਕੇ ਆਉਣ ਵਾਲੀਆਂ ਆਪਣੀਆਂ ਗੰਦੀਆਂ ਸਰਕਾਰਾਂ ਬਣਾਈਆਂ ਹੋਈਆਂ। ਇਹਦੇ ਵਿੱਚ ਕਾਲੀਆਂ ਦਾ ਵੀ ਹੱਥ ਹੈ, ਕਾਂਗਰਸ ਦਾ ਵੀ ਹੱਥ ਹੈ, ਬਾਦਲਾਂ ਦਾ ਵੀ ਹੱਥ ਹੈ। ਸਾਰੀਆਂ ਜਿਹੜੇ ਵੀ ਵੱਡੇ ਸ਼ਖਸੀਅਤਾਂ ਤੇ ਵੱਡੀਆਂ ਰਾਜਨੀਤੀਆਂ ਪਾਰਟੀਆਂ ਇਹਨਾਂ ਸਾਰਿਆਂ ਦਾ ਇਹਦੇ ਵਿੱਚ ਇਹ ਕਾਨੂੰਨ ਲੈ ਕੇ ਆਉਣ ਦੇ ਵਿੱਚ ਹੱਥ ਹੈ। ਹੁਣ ਜਿਹੜਾ ਮੋਦੀ ਆ ਇਹਨੇ ਅੱਜ ਤੱਕ ਕਿਸਾਨਾਂ ਦੇ ਲਈ 5-6000 ਤੋਂ ਵੱਧ ਮੁਲਾਜ਼ਮਾਂ ਨਹੀਂ ਪਾਇਆ ਸਾਲ ਦੇ ਲਈ। ਜਿਹੜਾ ਮੋਦੀ ਹੈ ਹੁਣ ਇਹਨੇ ਜਿਹੜੇ ਆ ਕਾਰਪੋਰੇਟ ਘਰਾਣੇ ਨੇ ਪ੍ਰਾਈਵੇਟ ਫੈਕਟਰੀਆਂ ਵਾਲੇ ਨੇ ਇਹਨੇ 90,000 ਕਰੋੜ ਰੁਪਇਆ ਉਹਨਾਂ ਨੂੰ ਮਾਫ ਕਰਤਾ। ਕਹਿੰਦਾ ਤੁਹਾਨੂੰ ਕੋਈ ਟੈਕਸ ਪੇ ਕਰਨ ਦੀ ਲੋੜ ਨਹੀਂ, ਤੁਸੀਂ ਆ ਕੇ ਪੰਜਾਬ ਦੇ ਵਿੱਚ ਫੈਕਟਰੀਆਂ ਲਾਓ। ਇਹ ਰਾਜ ਕਰਾਉਣ ਵਾਲਾ ਮੋਦੀ ਹੈ। ਤੇ ਜਿਹੜੀ ਗੱਲ ਇੱਕ ਹੋਰ ਵਿਚਲੀ ਗੱਲ ਹੈ ਇਹਨੇ ਆਪਣੀ ਫੌਜ ਵੇਚਣ ਦੀ ਵੀ ਤਿਆਰੀ ਕਰ ਲਈ ਸੀ। ਫੌਜ ਵੇਚਣ ਦੀ ਤਿਆਰੀ ਟਾਟਾ ਕੰਪਨੀ ਨੂੰ ਕਰੀ ਸੀ ਤੇ ਟਾਟਾ ਕੰਪਨੀ ਨੇ ਸ਼ਰਤ ਰੱਖੀ ਸੀ ਜਿਹੜਾ ਇੰਡੀਆ ਦਾ ਬੈਚ ਲੱਗਿਆ ਹੁੰਦਾ ਫੌਜੀਆਂ ਤੇ ਉੱਥੇ ਟਾਟਾ ਕੰਪਨੀ ਦਾ ਬੈਚ ਲਾ ਦੇ। ਪਹਿਲਾਂ ਤਾਂ ਮੋਦੀ ਮੂਰਖ ਨੇ ਸੋਚ ਲਿਆ ਕਿ ਮੈਂ ਬੈਚ ਲਵਾ ਦੇਣਾ, ਪਰ ਜਦੋਂ ਉਹਨੇ ਕਿਤੇ ਗੱਲਾਂ ਸਾਂਝੀਆਂ ਕਰੀਆਂ ਉਹ ਕਹਿੰਦੇ ਜੇ ਬੈਚ ਹੀ ਲੱਗ ਗਿਆ ਫਿਰ ਸਮਝ ਲਾ ਫੌਜ ਹੀ ਟਾਟਾ ਦੀ ਹੋ ਗਈ, ਤੂੰ ਮੰਨਿਆ ਜਾਏਗਾ। ਇਹ ਗੱਲ ਹੁਣ ਖੇਤੀਬਾੜੀ ਦਾ ਬਜਟ ਵੀ ਜਿਹੜਾ ਮੋਦੀ ਆਪਣੇ ਹੱਕ ਮਾਰਨ ਲਈ ਘਟਾ ਰਿਹਾ ਗਾ। ਖੇਤੀਬਾੜੀ ਤੇ ਜਿਹੜੀਆਂ ਸਬਸਿਡੀਆਂ ਆ ਰਹੀਆਂ ਸੀਗੀਆਂ ਉਹ 70,000 ਕਰੋੜ ਰੁਪਏ ਦੀ ਆ ਰਹੀ ਸੀ ਤੇ ਜਿਹੜੀ ਘਟਾ ਕੇ 60,000 ਕਰੋੜ ਕਰ ਦਿੱਤੀ ਗਈ ਹੈ। ਤੇ ਨਰੇਗਾ ਫੰਡ 71,000 ਕਰੋੜ ਸੀ ਜਿਹੜਾ ਘਟਾ ਕੇ 61,000 ਕਰੋੜ ਕਰ ਦਿੱਤਾ। ਇਹ ਕਿਉਂ ਕੀਤਾ ਜਾ ਰਿਹਾ? ਇਹ ਆਪਾਂ ਨੂੰ ਮਾਰਨ ਲਈ ਕੀਤਾ ਜਾ ਰਿਹਾ। ਜਦੋਂ ਟਰੰਪ ਇਹ ਆਇਆ ਸੀ ਜਦੋਂ ਟਰੰਪ ਨੂੰ ਮੋਦੀ ਲੈ ਕੇ ਆਇਆ ਸੀ ਇੱਥੇ ਉਹਨੇ ਇੱਕ ਕਹਿੰਦਾ ਬਹੁਤ ਉੱਚੀ ਕੰਧ ਖੜੀ ਕਰੀ ਸੀ। ਕੰਧ ਖੜੀ ਕਰਨ ਦਾ ਮਤਲਬ ਇਹ ਸੀ ਜਿਹੜੀਆਂ ਉਹਦੇ ਪਿੱਛੇ ਝੁੱਗੀਆਂ ਨੇ ਜਾਂ ਗਰੀਬ ਕਿਸਾਨ ਨੇ ਉਹ ਦਿਖਣ ਨਾ। ਜੇ ਤੇਰੇ ਕੋਲ ਤੇ ਇੰਨੇ ਪੈਸੇ ਲਾ ਕੇ ਕੰਧ ਖੜੀ ਕਰਤੀ ਸੀ ਉੱਥੇ ਕੋਈ ਵੱਡਾ ਕਹਿੰਦਾ ਬਿਲਡਿੰਗ ਬਣਾ ਦਿੰਦਾ। ਉੱਥੇ ਬਿਲਡਿੰਗ ਬਣਾ ਕੇ ਉਹ ਗਰੀਬਾਂ ਦੇ ਲਈ ਤੂੰ ਇੱਕ ਇੱਕ ਕਮਰਾ ਪਾ ਦਿੰਦਾ। ਉਹ ਕੰਧ ਤੋਂ ਨਾਲੇ ਤੇਰੀਆਂ ਤਾਰੀਫਾਂ ਹੋਣੀਆਂ ਸੀ ਮੋਦੀਆ ਮੂਰਖਾ। ਇਹ ਕੰਧਾਂ ਨਾਲ ਤੂੰ ਕਰੋੜਾਂ 1500 ਕਰੋੜ ਰੁਪਏ ਦੀ ਗੱਡੀ ਲਿਆਂਦੀ ਗਈ ਸੀ ਜਿੱਦਣ ਟਰੰਪ ਆਇਆ ਉਹਨੂੰ ਬਿਠਾਉਣ ਦੇ ਲਈ। ਆਪਣੇ ਵਾਲੇ ਨੈਸ਼ਨਲ ਮੀਡੀਆ ਨੇ ਚਲਾ ਖਬਰਾਂ ਧੂ ਭਰਾਤੀ ਟਰੰਪ ਆਇਆ। ਉਧਰਲੇ ਪਾਸੇ ਕਿਸੇ ਨੇ ਖਬਰ ਨਹੀਂ ਚਲਾਈ ਕਿ ਟਰੰਪ ਇੰਡੀਆ ਗਿਆ। ਇਹਨੇ ਸਿਆਸਤਾਂ ਤੇ ਹੁਣ ਗੱਲ ਹੋ ਰਹੀ ਸੀ ਕਿ ਸਾਡੇ ਵਰਗੀ ਨਵੀਂ ਪੀੜ੍ਹੀ ਬਾਹਰ ਕਿਉਂ ਜਾ ਰਹੀ ਆ। ਇਹਦੇ ਪਿੱਛੇ ਸਭ ਤੋਂ ਵੱਡਾ ਹੱਥ ਇਹ ਪੋਲੀਟੀਕਲ ਲੀਡਰਾਂ ਦਾ, ਇਹ ਸਿਆਸਤਦਾਨਾਂ ਦਾ। ਇਹਨਾਂ ਨੂੰ ਪਤਾ ਜੇ ਆਈਲੈਟਸ ਨਾ ਆਉਂਦੀ ਤਾਂ ਸਾਡੇ ਵਰਗੇ ਨੌਜਵਾਨਾਂ ਨੇ ਇੱਥੇ ਹੀ ਰਹਿਣਾ ਸੀ, ਆਪਦੇ ਹੱਕਾਂ ਸੱਚਾਂ ਦੀ ਗੱਲ ਕਰਨੀ ਸੀ। ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਲੀਡਰਾਂ ਦੀ ਇਹ ਨੀਤੀਆਂ ਨੇ ਕਿ ਜੇ ਨੌਜਵਾਨ ਉੱਠਣਗੇ ਆਪਦੇ ਹੱਕਾਂ ਸੱਚਾਂ ਦੀ ਗੱਲ ਕਰਨਗੇ ਇਹ ਤੋਂ ਤਾਂ ਵਧੀਆ ਆਪਾਂ ਇਹਨਾਂ ਨੂੰ ਬਾਹਰ ਹੀ ਤੋੜ ਦਿਆ। ਆਪਾਂ ਇਹਨਾਂ ਤੋਂ ਇੱਧਰ ਕੀ ਲੈਣਾ।
ਜਿੰਦਾਬਾਦ ਜਿੰਦਾਬਾਦ 1966 ਦੇ ਵਿੱਚ ਇਹ ਵੰਡੇ ਗਏ ਸੀ ਪੰਜਾਬੀ ਦੇ ਭਾਸ਼ਾ ਦੇ ਆਧਾਰ ਤੇ ਲੱਖੇ ਸਿਧਾਣੇ ਵੀਰ ਜਿੰਨੇ ਬਚਾਏ। ਕਹਿੰਦਾ ਮੈਂ ਗੱਲ ਕਰਦਾ ਕਿਸੇ ਨੇ ਦੇਖਿਆ ਨਹੀਂ ਸੀ ਆਪਣੇ ਵਰਗਿਆਂ ਨੇ ਕਿ ਬੋਰਡ ਤੇ ਲੱਗੀਆਂ ਹੋਈਆਂ ਪੰਜਾਬੀ ਉੱਤੇ ਇੰਗਲਿਸ਼ ਥੱਲੇ, ਇੰਗਲਿਸ਼ ਉੱਤੇ ਪੰਜਾਬੀ ਥੱਲੇ। ਜਦੋਂ ਵੀਰਾਵਾਰ ਆਇਆ ਉਦੋਂ ਲੋਕਾਂ ਨੂੰ ਥੋੜੀ ਜਿਹੀ ਸੁਰਤ ਆਈ ਕਿ ਹਾਂ ਕੁਛ ਹੈਗਾਗਾ, ਪੰਜਾਬੀ ਨੂੰ ਤਾਂ ਰੋਲੀ ਜਾਂਦੇ ਨੇ। 1966 ਦੇ ਵਿੱਚ ਹਿਮਾਚਲ, ਹਰਿਆਣਾ, ਪੰਜਾਬ ਵੰਡੇ ਗਏ ਸੀ ਭਾਸ਼ਾ ਦੇ ਆਧਾਰ ਤੇ, ਪਰ ਭਾਸ਼ਾ ਪੰਜਾਬ ਨੂੰ ਅੱਜ ਤੱਕ ਪੰਜਾਬੀਅਤ ਦੀ ਅਹਿਮੀਅਤ ਨਹੀਂ ਮਿਲੀ। ਪੰਜਾਬੀ ਨੂੰ ਕੋਈ ਪੁੱਛਦਾ ਨਹੀਂ। ਅਸੀਂ ਵੀ ਕਹਿੰਦੇ ਆ, ਅਸੀਂ ਜਦੋਂ ਫੋਨ ਚਲਾਉਂਦੇ ਆ ਟਾਈਪਿੰਗ ਇੰਗਲਿਸ਼ 'ਚ ਕਰਦੇ ਆ, ਫਿਰ ਬੋਲੋ ਵੀ ਇੰਗਲਿਸ਼, ਫਿਰ ਪੰਜਾਬੀ ਕਿਉਂ ਬੋਲਦੇ ਆ? ਜਦੋਂ ਆਪਾਂ ਕਿਸੇ ਨੂੰ ਮੈਸੇਜ ਭੇਜਦੇ ਆ ਟਾਈਪਿੰਗ ਵੀ ਇੰਗਲਿਸ਼ 'ਚ ਕਰਦੇ ਆ, ਜਦੋਂ ਗੱਲ ਕਰਦੇ ਆ ਕਈ ਵਾਰ ਗੱਲ ਵੀ ਇੰਗਲਿਸ਼ ਕਰਦੇ ਆ। ਹੁਣ ਲੌਂਗੋਵਾਲ ਪਿਛਲੇ ਸਾਲ ਹੋਇਆ ਸੀ ਇੱਕ ਹਾਦਸਾ ਸਰਕਾਰੀ ਸਕੂਲ ਬੱਸ ਦਾ, ਉਹਦਾ ਸਿੱਧਾ ਕਹਿੰਦਾ ਉਹਦਾ ਦੋਸ਼ੀ ਸੀਗਾ ਸਿੱਖਿਆ ਬੋਰਡ ਮੰਤਰੀ, ਜਿਹਨੇ ਅਧਿਕਾਰੀ ਨਹੀਂ ਭੇਜੇ ਬੱਸ ਚੈੱਕ ਕਰਨ ਦੇ ਲਈ। ਤੇ ਸਰਕਾਰੀ ਸਕੂਲ ਫੇਲ ਕਿਉਂ ਹੋਏ? ਫੇਲ ਕਰਾਉਣ ਵਾਲੀਆਂ ਸਰਕਾਰਾਂ ਨੇ ਸਾਨੂੰ ਪੜ੍ਹਨ ਨੂੰ ਪ੍ਰਾਈਵੇਟ 'ਚ ਮਜਬੂਰ ਕਰਦੀਆਂ ਇਹ ਸਰਕਾਰਾਂ ਨੇ, ਕਿਉਂਕਿ ਪ੍ਰਾਈਵੇਟ ਵਾਲੇ ਇਹਨਾਂ ਨੂੰ ਠੋਕ ਕੇ ਟੈਕਸ ਭਰਦੇ ਨੇ, ਸਰਕਾਰੀ 'ਚ ਇਹਨਾਂ ਨੂੰ ਕੋਈ ਇਨਕਮ ਨਹੀਂ ਹੁੰਦੀ। ਨੌਜਵਾਨ ਵੱਲੋਂ ਕੈਪਟਨ ਸਰਕਾਰ ਨੂੰ ਵੀ ਲੰਮੇ ਹੱਥੀ ਲਿਆ ਗਿਆ। ਉਸਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ ਥਰਮਲ ਪਲਾਂਟ ਵੇਚ ਕੇ ਪੰਜਾਬ 'ਚ ਬਿਜਲੀ ਮਹਿੰਗੇ ਭਾਅ ਵੇਚੀ ਜਾ ਰਹੀ ਹੈ। 5015 ਕਰੋੜ ਰੁਪਇਆ ਜਿਹੜੀ ਪਾਣੀ ਦੀ ਗੱਲ ਆ, 5015 ਕਰੋੜ ਰੁਪਇਆ ਪ੍ਰਾਈਵੇਟ ਥਰਮਲ ਪਲਾਂਟਾਂ ਵਾਲਿਆਂ ਦੀ ਝੋਲੀ ਪਾ ਕੇ ਆਇਆ ਕੈਪਟਨ ਜਾ ਕੇ ਪੰਜਾਬ ਦੀ ਸਰਕਾਰ। 5015 ਕਰੋੜ ਰੁਪਇਆ ਤੇ ਸਰਕਾਰੀ ਥਰਮਲ ਪਲਾਂਟ ਇਹ ਬੰਦ ਕਰ ਰਹੇ ਨੇ, ਕਹਿ ਦਿੰਦੇ ਨੇ ਬਿਜਲੀ ਮਹਿੰਗੀ ਆ, ਪਰ ਬਿਜਲੀ ਉਹ ਜਦੋਂ ਪ੍ਰਾਈਵੇਟ ਸਰਕਾਰੀ 'ਚ ਜਿਹੜੇ ਕੰਮ ਕਰਦੇ ਨੇ ਉਹਨਾਂ ਤੋਂ ਪੁੱਛਿਆ ਜਾਵੇ ਉਹ ਕਹਿੰਦੇ ਨੇ ਜੀ ਫਰਕ ਬਹੁਤ ਆ, ਬਿਜਲੀ ਸਸਤੀ ਆ। ਸਰਕਾਰਾਂ ਪ੍ਰਾਈਵੇਟਾਂ ਨੂੰ ਪਹਿਲ ਦੇ ਰਹੀਆਂ ਨੇ, ਉਹ ਵੀ ਪੰਜਾਬ ਦੀਆਂ ਸਰਕਾਰਾਂ ਪਹਿਲ ਦੇ ਰਹੀਆਂ ਨੇ। ਇਹ ਗੱਲਾਂ ਬਹੁਤ ਵੱਡੀਆਂ ਵੱਡੀਆਂ ਮਾਰਦੀਆਂ ਨੇ, ਅਸੀਂ 84 ਹੰਡਾਈਆ ਮੈਂ ਜੇਬ 'ਚ ਅਸਤੀਫਾ ਪਾਈ ਫਿਰਦਾ, ਇਹ ਸਭ ਨਖਰੇ ਕਰਦੀਆਂ ਨੇ। ਅੱਜ ਟਾਈਮ ਘੱਟ ਆ, ਬੋਲਣ ਨੂੰ ਮੁੱਦੇ ਬਹੁਤ ਨੇ, ਪਿੱਛੇ ਫੇਰ ਬੋਲਾਂਗੇ ਕਦੇ। ਹਾਂ ਮੋਰਚਾ ਵੀ ਲੰਬਾ ਲਾਉਣਾ, ਫੇਰ ਬੋਲਾਂਗੇ ਕਦੇ। ਤੇ ਹੁਣ ਇੱਕ ਹੀ ਗੱਲ ਕਰਨੀ ਆ, ਲਾਸਟ ਗੱਲ ਆ। 154 ਮਾਰਕੀਟ ਕਮੇਟੀਆਂ ਨੇ, 254 ਇਮਾਰਤਾਂ ਨੇ MSP ਦੇ ਅੰਡਰ, 27,50,000 ਰੁਪਇਆ ਰਕਬਾ, ਫੁੱਟਾਂ ਦੇ ਵਿੱਚ 3000 ਮੁਲਾਜ਼ਮ ਤੇ ਅਧਿਕਾਰੀ, 71,000 ਲਿੰਕ ਰੋਡ ਜਿਹੜੇ ਮੰਡੀਆਂ ਨੂੰ ਜਾਂਦੇ ਨੇ, 71,000 ਲਿੰਕ ਰੋਡ, 30,000 ਆੜਤੀਆ, 3 ਲੱਖ ਲੇਬਰ। ਦੇਖੋ ਸਹੀ MSP ਹਟਦੀ ਆ ਤਾਂ ਕੀ ਹੋ ਜਾਊਗਾ? 3 ਲੱਖ ਲੇਬਰ, 71,000 ਲਿੰਕ ਰੋਡ, ਸਭ ਨਸ਼ਟ ਹੋ ਜਾਊਗਾ। ਤੇ ਹੁਣ ਆਪਾਂ ਇੱਧਰ ਧਰਨਿਆਂ 'ਚ ਬੀਜੀਆਂ। ਇੱਕ ਨਵੀਂ ਮੁਹਿੰਮ ਜੀ ਇਹਨਾਂ ਨੇ ਜਾਰੀ ਕਰਤੀ ਗੈਸ ਪੈਪਾਂ ਵਾਲੀ। ਇਹ ਗੈਸ ਪੈਪਾਂ ਵਾਲੀ ਹੁਣ ਸ਼ਹਿਰੀ ਲੋਕਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਰੋਕਿਆ ਜਾਵੇ। ਇਹ ਗੈਸ ਪੈਪਾਂ ਦਾ ਕਨੈਕਸ਼ਨ ਲੈਣ ਦੇ ਲਈ ਪਹਿਲਾਂ 5000 ਰੁਪਇਆ ਸਿਕਿਉਰਿਟੀ ਭਰਨੀ ਪਊਗੀ। ਕੰਮ ਉਹੀ ਹੋ ਜਾਣਾ ਜਿਵੇਂ ਅੱਜ ਆਪਣੀ ਬਿਜਲੀ ਤੇ ਰੋਕ ਲੱਗ ਰਹੀ ਆ, ਬਿਜਲੀ ਆਪਣੀ ਆ, ਆਪਾਂ ਉਹੀ ਬਿਜਲੀ 2 ਰੁਪਏ ਯੂਨਿਟ ਲੈਣ ਨੂੰ ਤਰਸ ਰਹੇ ਆ, ਪਰ ਬਾਹਰਲੇ ਦੇਸ਼ 'ਚ ਉਹ ਬਾਹਰਲੀਆਂ ਸਟੇਟਾਂ 'ਚ ਉਹ 2 ਰੁਪਏ ਯੂਨਿਟ ਜਾ ਰਹੀ ਆ, ਪਰ ਆਪਾਂ ਨੂੰ ਨਹੀਂ ਮਿਲ ਰਹੀ। ਜਦੋਂ ਇਹ ਗੈਸ ਦਾ ਕੰਮ ਹੋ ਗਿਆ, ਗੈਸ ਏਜੰਸੀਆਂ ਖਤਮ, ਜਿਹੜੇ ਟੈਂਪੂ ਲਈ ਫਿਰਦੇ ਆ ਵਿਚਾਰੇ ਗਰੀਬ ਰੋਜ਼ਗਾਰ ਘਰਾਂ ਦੇ ਵਿੱਚ ਗੈਸ ਵੰਡਦੇ, ਰੇਹੜੀਆਂ ਵਾਲੇ ਗੈਸ ਵੰਡਦੇ, ਗੈਸ ਏਜੰਸੀਆਂ 'ਚ ਵਾਚਮੈਨ, ਵੱਡੀਆਂ ਫੈਕਟਰੀਆਂ 'ਚ ਜਿੱਥੇ ਗੈਸ ਭਰਦੇ ਨੇ ਸਿਲੰਡਰਾਂ 'ਚ, ਉਹ ਸਭ ਰੋਜ਼ਗਾਰ ਖਤਮ ਹੋ ਜਾਊਗਾ। ਇਹ ਸਾਰੇ ਪਾਸਿਓਂ ਆਪਾਂ ਮਾਰੇ ਜਾਵਾਂਗੇ। ਮੈਂ ਹੁਣ ਬੇਨਤੀ ਕਰਦਾਂਗਾ ਸ਼ਹਿਰੀ ਲੋਕਾਂ ਨੂੰ ਪਲੀਜ਼ ਬਾਹਰ ਆਓ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸਦੀ ਕਿ ਕਿਸਾਨਾਂ ਵੱਲੋਂ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਤਿਆਰੀ ਵਿੱਢੀ ਗਈ ਹੈ, ਜਿਸ ਦੌਰਾਨ ਕਿਸਾਨ 5 ਨਵੰਬਰ ਨੂੰ ਦੇਸ਼ ਭਰ 'ਚ ਚੱਕਾ ਜਾਮ ਕਰਨਗੇ। ਇੰਨਾ ਹੀ ਨਹੀਂ, ਕਿਸਾਨਾਂ ਵੱਲੋਂ 25-26 ਨਵੰਬਰ ਨੂੰ ਦਿੱਲੀ ਘੇਰਨ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਸੰਘਰਸ਼ 'ਚ ਨੌਜਵਾਨ ਪੀੜ੍ਹੀ ਵੀ ਕਿਸਾਨਾਂ ਦੇ ਹੱਕ 'ਚ ਡਟੀ ਹੋਈ ਨਜ਼ਰ ਆ ਰਹੀ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।